ये अफसर बांटे खेडन नूं रखे हुए हैं, काम करन नूं रखे हुए हैं कि ये अखबारां सही नुमाइंदगियां विरोधी धिर जां खालसा नूं नहीं दिंदियां। ਉਹ ਕਹਿੰਦੀ ਸੀ कि ਨੈੱਟ ਵਾਲਿਆਂ ਨੂੰ, ਅਖਬਾਰਾਂ ਵਾਲਿਆਂ ਨੂੰ कि जे तुसी सिमरनजीत सिंह मान का बयान दोगे तो फिर वो खालिस्तान के लिए एक ऑक्सीजन तुसी दे रहे हो। अंग्रेजी ट्रिब्यून ने 4 कैंडीडेट्स दी तस्वीरां जिहड़े संगरूर लड़ रहे हैं वो पातियां सी, पर सिमरनजीत सिंह मान की नहीं पाई है। हुण जिन्हां दे ढिड छाती नालों मोटे होण उन्होंने फौज के बारे सवाह सोचना, अक्सर उन्होंने फिट तो होना चाहिए। इन्होंने सरमाया बहुत इकट्ठी की है, लोगों के काम नहीं किए ते इन्होंने पंथ नूं दिल्ली के हुक्मरानां अगे बेच दिता। सिख कौम नूं, मुस्लिम कौम नूं इंडिया दे विच रहना बहुत मुश्किल कर दिता है। एडिटर सीगा प्रेम भाटिया, उसने इंदिरा गांधी के उत्ते बहुत जोर पाया कि तुसी स्टेटलैस सिक्स के उत्ते मिलिट्री हमला करो। हुकूमत इंडिया की उन्होंने कहती है कि तुसी नक्सलेट हो ते तुसी माओवादी हो, ते ठा ठा उन्होंने मार के खत्म कर देती है। ਸੰਗਰੂਰ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਜਿੱਤ ਹੋਈ ਹੈ ਤੇ ਜਿਸ ਦੇ ਚੱਲਦਿਆਂ ਲਗਾਤਾਰ ਜਿਹੜੇ ਲੋਕਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਜਿੱਤ ਦਾ ਸਰਟੀਫਿਕੇਟ ਵੀ ਲਿਆ ਹੈ ਤੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਹੈ। ਆਪਣੀ ਜਿੱਤ ਨੂੰ ਲੈ ਕੇ ਬੋਲਦਿਆਂ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਹ ਸੰਗਰੂਰ ਦੇ ਲੋਕਾਂ ਦੀ ਵੱਡੀ ਜਿੱਤ ਹੈ, ਇਹ ਉਹਨਾਂ ਦਾ ਬਦਲਾਅ ਹੈ। ਤੇ ਇਸ ਤੋਂ ਇਲਾਵਾ ਇਸ ਮੌਕੇ ਉਹਨਾਂ ਨੇ ਦੀਪ ਸਿੱਧੂ ਅਤੇ सिद्धू मूसेवाला नूं भी याद किया है। आओ सुनाउने आ सिमरनजीत सिंह मान दा होर की कहना है। देखो जी इंडियन प्रेस सीगी ना, उस दे उत्ते इंडियन हुकूमत तो बहुत जोर सीगा। वो कहती सी कि नैट वालियां नूं, अखबारां वालियां नूं कि जे तुसी सिमरनजीत सिंह मान का बयान दोगे तो फिर वो खालिस्तान के लिए एक ऑक्सीजन तुसी दे रहे हो। इस करके इंडिया की प्रेस तो हैगी है फ्री, पर मैनू बड़ा अफसोस है कि ट्रिब्यून, हिंदुस्तान टाइम्स, टाइम्स ऑफ इंडिया, इंडियन एक्सप्रेस ने ते UNI ने, PTI ने, ये जिहड़ी फ्री प्रेस है, संविधान दे विच फ्री एक्सप्रैशन है, वो साडी प्रेस ने बिल्कुल ख़त्म करता सीगा। ਇਹਦੇ ਬਾਰੇ ਮੈਨੂੰ ਤਕੜੇ ਹੋ ਕੇ ਕਰਨਾ ਪੈਣਾ, ਕਿਉਂ ਕਰਕੇ ਪਰਸੋਂ ਤੁਸੀਂ ਟ੍ਰਿਬਿਊਨ ਦੇ ਵਿੱਚ ਦੇਖਿਆ ਹੋਊਗਾ ਅੰਗਰੇਜ਼ੀ ਟ੍ਰਿਬਿਊਨ ਨੇ 4 ਕੈਂਡੀਡੇਟਸ ਦੀਆਂ ਤਸਵੀਰਾਂ ਜਿਹੜੇ ਸੰਗਰੂਰ ਲੜ ਰਹੇ ਹੈ ਉਹ ਪਾਤੀਆਂ ਸੀ, ਪਰ ਸਿਮਰਨਜੀਤ ਸਿੰਘ ਮਾਨ ਦੀ ਨਹੀਂ ਪਾਈ ਹੈ। ਹੁਣ ਇਦੋਂ ਜ਼ਿਆਦਾ ਵਿਰੋਧਤਾ ਕੀ ਹੋ ਸਕਦੀ ਹੈ ਟ੍ਰਿਬਿਊਨ ਤੇ ਅੰਗਰੇਜ਼ੀ ਪੇਪਰਾਂ ਨੇ, ਕਿਉਂ ਕਰਕੇ 1984 'ਚ ਇਹਨਾਂ ਦਾ ਜਿਹੜਾ ਐਡੀਟਰ ਸੀਗਾ ਪ੍ਰੇਮ ਭਾਟੀਆ, ਉਸ ਨੇ ਇੰਦਰਾ ਗਾਂਧੀ ਦੇ ਉੱਤੇ ਬਹੁਤ ਜ਼ੋਰ ਪਾਇਆ ਕਿ ਤੁਸੀਂ ਸਟੇਟਲੈਸ ਸਿੱਖਸ ਦੇ ਉੱਤੇ ਮਿਲਟਰੀ ਹਮਲਾ ਕਰੋ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਪ੍ਰੈਸ ਰਾਜ ਕਰਨ ਵਾਲਿਆਂ ਨਾਲ ਮਿਲ ਜੇ ਲੋਕਾਂ ਨੂੰ ਫਿਰ ਇਨਸਾਫ ਨਹੀਂ ਮਿਲਦਾ ਹੈਗਾ। ਪਰ ਮਾਨ ਸਾਹਿਬ ਪੰਜਾਬੀ ਮੀਡੀਆ ਨੇ ਤੁਹਾਨੂੰ ਕਾਫੀ ਦਿਖਾਇਆ, ਤੁਹਾਡੀ ਚਰਚਾ ਕੀਤੀ, ਤੁਹਾਡੇ ਨਾਲ ਗੱਲਾਂ ਬਾਤਾਂ ਸੁਣੀਆਂ। ਮੈਂ ਅੰਗਰੇਜ਼ੀ ਮੀਡੀਆ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਡੀ ਗੱਲ ਨਹੀਂ ਕੀਤੀ, ਪਰ ਪੰਜਾਬੀ ਦਾ ਮੀਡੀਆ ਆਪਣੇ ਬਾਰਡਰਾਂ ਤੋਂ ਅੱਗੇ ਟੱਪ ਕੇ ਨਹੀਂ ਜਾਂਦਾ, ਤੇ ਜਿਹੜਾ ਮੀਡੀਆ ਬਾਰਡਰ ਟੱਪ ਕੇ ਜਾਂਦਾ ਹੈ ਉਸ ਨੇ ਮੇਰੇ ਉੱਤੇ ਪਾਬੰਦੀ ਲਾਈ ਹੋਈ ਸੀਗੀ, ਜਿਹੜਾ ਮੈਂ ਆਸ ਕਰਦਾ ਕਿ ਉਹ ਕੁੰਜੀ ਲੈ ਕੇ ਉਸ ਪਾਬੰਦੀ ਨੂੰ ਤੋੜ ਦੇਣਗੇ ਤੇ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਫ੍ਰੀ ਪ੍ਰੈਸ ਐਂਡ ਐਕਸਪ੍ਰੈਸ਼ਨ ਉਸ ਨੂੰ ਜਾਰੀ ਕਰ ਦੇਣਗੇ। ਮਾਨ ਸਾਹਿਬ ਅੱਜ ਦਾ ਜਿਹੜਾ ਨਤੀਜਾ ਆਇਆ ਆਪ ਸਰਕਾਰ ਦਾ ਰਿਪੋਰਟ ਕਾਰਡ ਮੰਨਿਆ ਜਾਂਦਾ, ਕਿਸ ਤਰ੍ਹਾਂ ਦੇਖਦੇ ਹੋ?
ਅੱਜ ਦਾ ਨਤੀਜਾ ਜਿਹੜੇ ਸੰਗਰੂਰ ਵਾਲਿਆਂ ਨੇ ਬਹੁਤ ਬਹਾਦਰੀ ਦੇ ਨਾਲ ਸਾਡੀ ਪਾਰਟੀ ਨੂੰ ਵੋਟਾਂ ਪਾਈਆਂ, ਸੈਂਟਰ ਦੀਆਂ ਮੰਨੀਆਂ ਹੋਈਆਂ ਪਾਰਟੀ ਕਾਂਗਰਸ, ਬੀਜੇਪੀ, RSS, ਆਮ ਆਦਮੀ ਪਾਰਟੀ, ਸਾਰਿਆਂ ਨੂੰ ਖੂੰਜੇ ਦੇ ਵਿੱਚ ਲਾਤਾ। ਇਹਦੇ ਵਿੱਚ ਸਿਆਸਤ ਦਾ ਬਹੁਤ ਤਬਦੀਲੀ ਆਊਗੀ, ਕਿਉਂ ਕਰਕੇ ਜਿਹੜੀ ਵਿਰੋਧੀ ਧਿਰ ਹੈ ਉਹ ਅਸਲੀ ਗੱਲ ਨੂੰ ਹੱਥ ਨਹੀਂ ਫੜਦੀ, ਤੇ ਬੀਜੇਪੀ ਤੇ RSS ਦੇ ਹੱਥ ਦੇ ਵਿੱਚ ਉਹ ਮਜਬੂਰਨ ਹੋ ਗਈ ਹੈ। ਹੁਣ ਟ੍ਰਿਬਿਊਨ ਛਪਦੀ ਸੀ ਲਾਹੌਰ 'ਚ, ਲਾਹੌਰ ਦੇ ਵਿੱਚ ਜੇ ਛਪਦੀ ਸੀ ਫਿਰ ਲਾਹੌਰ ਦੇ ਵਿੱਚ ਬੰਦ ਕਰਕੇ ਇੱਧਰ ਕਿਉਂ ਲੈ ਆਏ? ਅਕਸਰ ਅਖਬਾਰਾਂ ਨੂੰ ਤਾਂ ਕੋਈ ਖਤਰਾ ਨਹੀਂ ਹੁੰਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਅਖਬਾਰਾਂ ਸਹੀ ਨੁਮਾਇੰਦਗੀਆਂ ਵਿਰੋਧੀ ਧਿਰ ਜਾਂ ਖਾਲਸਾ ਨੂੰ ਨਹੀਂ ਦਿੰਦੀਆਂ। ਕਦੇ ਸਾਨੂੰ ਟੈਰਰਿਸਟ ਕਹਿ ਦਿੰਦੇ ਹੈ, ਕਦੇ ਸਾਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਕਦੇ ਕਹਿ ਦਿੰਦੇ ਆ ਪਾਕਿਸਤਾਨ ਨੂੰ ਬਾਹਰ ਕੱਢੋ ਸਿਮਰਨਜੀਤ ਸਿੰਘ ਮਾਨ ਨੂੰ। ਹੁਣ ਦੇਖੋ, ਮੈਂ ਤਾਂ ਪਾਕਿਸਤਾਨ 'ਚ ਆਇਆ, ਮਾਲਵੇ ਦੇ ਲੋਕਾਂ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਕਿ ਇੱਕ ਪਾਕਿਸਤਾਨ ਤੋਂ ਆਇਆ ਹੋਇਆ ਬੰਦਾ, ਉਹਨੂੰ ਇੰਨੀਆਂ ਵੋਟਾਂ ਪਾਤੀਆਂ ਕਿ ਸੰਗਰੂਰ ਦੇ ਹਲਕੇ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੁਮਾਇੰਦਾ ਚੁਣਿਆ। ਅੱਗੇ ਮੇਰੀ ਡਿਊਟੀ ਹੈ ਕਿ ਮੈਂ ਆਪਣੇ ਹਲਕੇ ਦੀ ਸੇਵਾ ਕਿਵੇਂ ਕਰਾਂ, ਆਪਣੇ ਸੂਬੇ ਦੀ ਸੇਵਾ ਕਿਵੇਂ ਕਰਾਂ, ਤੇ ਜਿਹੜਾ ਦੇਸ਼ ਦੇ ਵਿੱਚ ਹੋ ਰਿਹਾ ਕਿ ਆਏ ਸਾਲ ਚੀਨ ਦੀ ਫੌਜ ਲਦਾਖ ਦੇ ਵਿੱਚ ਵੜ ਜਾਂਦੀ ਹੈ। 900 ਸਕੁਆਇਰ ਕਿਲੋਮੀਟਰ 2000 ਦੇ ਵਿੱਚ ਚੀਨ ਨੇ ਲਦਾਖ ਦੇ ਵਿੱਚ ਨੱਪ ਲਏ, ਪਰ ਅਜੇ ਤੱਕ ਇੰਡੀਆ ਦੀ ਫੌਜ ਦੇ ਕੋਲੇ ਕੋਈ ਇਹਨਾਂ ਦਾ ਜਨਰਲ ਨਹੀਂ ਹੈ ਜਿਹੜਾ ਇੱਕ ਪਾਸਿਓਂ ਹਮਲਾ ਕਰਕੇ ਉਨੀ ਧਰਤੀ ਸਾਂਭ ਲਵੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੇ ਜਨਰਲ ਸਾਹਿਬ ਨੇ, ਜਿਨ੍ਹਾਂ ਨੇ ਨਵੇਂ ਮੁੰਡਿਆਂ ਦੀ ਬਣਾਈ ਹੈ ਕਿ ਇਹ 4 ਸਾਲ ਲਈ ਕੰਮ ਕਰਨਗੇ, 4 ਸਾਲਾਂ ਦੇ ਵਿੱਚ ਕੀ ਸਿੱਖ ਸਕਦੇ ਆ? ਅੰਤ ਦੇ ਵਿੱਚ ਇਹਨਾਂ ਦੀ ਗੱਲ ਬੀਜੇਪੀ ਦੀ ਇਹ ਹੈ ਕਿ ਜਿਵੇਂ ਹਿਟਲਰ ਪਾਰਟੀ ਦੇ ਨਾਟਸੀ ਹੁੰਦੇ ਸੀਗੇ, ਗਸਤਾਪੋ ਹੁੰਦੀ ਸੀ, SS ਹੁੰਦੀ ਸੀ, ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਮਿਲਾ ਕੇ ਜਬਰਨ ਹਿੰਦੂ ਰਾਸ਼ਟਰ ਇੱਥੇ ਇੰਡੀਆ ਦੇ ਵਿੱਚ ਬਣਾਉਣਗੇ। ਤੇ ਇਹ ਤੁਹਾਨੂੰ ਤਸੱਲੀ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸ ਤਰ੍ਹਾਂ ਦਾ ਖਬਰ ਕੋਈ ਵੀ ਫੌਜੀ ਨਹੀਂ ਕੁੱਟਦਾ ਜਿਹੜਾ ਤਿੰਨੇ ਜਰਨੈਲਾਂ ਨੇ, 에ਅਰ ਫੋਰਸ, ਨੇਵੀ ਤੇ ਫੌਜ ਨੇ ਕੁੱਟ ਕੇ ਸਾਰੇ ਮੁਲਕਾਂ ਦੇ ਅੱਗੇ ਲਿਆਂਦਾ। ਤੋ ਇਹ ਸਾਰੀਆਂ ਗੱਲਾਂ ਕਿ ਡਿਫੈਂਸ ਜਿਹੜਾ ਸਾਡੇ ਸਰਹੱਦਾਂ ਦੀ ਰਾਖੀ ਹੈ ਉਹ ਬੀਜੇਪੀ RSS ਉਸ ਨੂੰ ਸਾਂਭ ਨਹੀਂ ਸਕਦੀ ਹੈਗੀ। ਤੇ ਜਿਹੜੀ ਬਹੁਤ ਬੁਰੀ ਗੱਲ ਹੈ, ਹੁਣ ਜਿਨ੍ਹਾਂ ਦੇ ਢਿੱਡ ਛਾਤੀ ਨਾਲੋਂ ਮੋਟੇ ਹੋਣ ਉਹਨਾਂ ਨੇ ਫੌਜ ਦੇ ਬਾਰੇ ਸਵਾਹ ਸੋਚਣਾ। ਅਕਸਰ ਉਹਨਾਂ ਨੂੰ ਫਿੱਟ ਤਾਂ ਹੋਣਾ ਚਾਹੀਦਾ ਜਿਹੜੀ ਇਹੋ ਜਿਹੀ ਲੈਜਿਸਲੇਸ਼ਨ ਤੇ ਇਹੋ ਜਿਹੇ ਬਿੱਲ ਪਾਸ ਕਰਾਉਂਦੇ ਆ। ਫਿਰ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੀਆਂ ਬਸਤੀਆਂ ਢਾਈ ਜਾਂਦੇ ਹੈ। ਮੱਧ ਪ੍ਰਦੇਸ਼, UP 'ਚ, ਹਰਿਆਣੇ 'ਚ, ਦਿੱਲੀ ਦੇ ਵਿੱਚ ਅੱਜ ਸਾਡੇ ਮੁਸਲਮਾਨ ਨੂੰ ਇੱਥੇ ਕੋਈ ਸੁਰੱਖਿਆ ਨਹੀਂ ਹੈ। ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਹੋਣਗੀਆਂ। ਤੇ ਜਿਵੇਂ ਕਸ਼ਮੀਰ ਦੇ ਵਿੱਚ ਕਾਨੂੰਨ ਦੇ ਖਿਲਾਫ ਜਿਹੜਾ ਐਫਸਪਾ ਕਾਨੂੰਨ ਹੈ ਉਹ ਫੌਜ ਨੂੰ ਪੂਰੀ ਖੁੱਲ੍ਹੀ ਛੁੱਟੀ ਦੇ ਦਿੰਦਾ ਕਿ ਕਿਸੇ ਨੂੰ ਵੀ ਮਾਰ ਦਿਓ,
ਕਿਸੇ ਨੂੰ ਜ਼ਖਮੀ ਕਰ ਦਿਓ, ਕਿਸੇ ਨੂੰ ਘੋਟਣਾ ਫੇਰ ਦਿਓ, ਕਿਸੇ ਬੀਬੀ ਦੀ ਪੱਤ ਲੁੱਟ ਕੇ ਲੈ ਜਾਓ। ਇਹ ਸਾਰਾ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ। ਪਰ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਦੀ ਇੱਕ ਧਾਰਾ ਕਹਿੰਦੀ ਹੈ ਕਿ no person can be deprived of his life and property freedom without the procedure laid down in law। ਜਿਹਦਾ ਮਤਲਬ ਹੈ ਕਿ ਤੁਸੀਂ ਕਿਸੇ ਦੀ ਆਜ਼ਾਦੀ, ਕਿਸੇ ਦੀ ਜਾਨ ਨਹੀਂ ਲੈ ਸਕਦੇ ਜਿੰਨਾ ਚਿਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਾ ਜਾਏ ਤੇ ਥਾਣੇਦਾਰ ਤੋਂ ਚੱਲ ਕੇ ਸੈਸ਼ਨ ਜੱਜ, ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚੇ। ਜਿਹੜਾ ਸਾਡਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਤਾਂ ਸੌਂ ਗਿਆ। ਉਹ ਤਾਂ ਕਿਸੇ ਚੀਜ਼ ਵੱਲ ਨਹੀਂ ਦੇਖਦਾ ਹੈਗਾ ਕਿ ਅਸੀਂ ਕੀ ਕਰ ਰਹੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਹੁਣ ਪ੍ਰੈਜ਼ੀਡੈਂਟ ਬਣ ਰਹੇ ਹੈ ਉਹ ਵੀ ਜਿਹੜੇ ਆਦਿਵਾਸੀ ਹੈ ਉਹਨਾਂ ਦੇ ਉੱਤੇ ਵੀ ਧਿਆਨ ਰੱਖਣਗੇ, ਕਿਉਂ ਕਰਕੇ ਛੱਤੀਸਗੜ੍ਹ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਝਾਰਖੰਡ ਦੇ ਵਿੱਚ, ਬਿਹਾਰ, ਉੜੀਸਾ ਹਕੂਮਤ ਇੰਡੀਆ ਦੀ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਨਕਸਲੇਟ ਹੋ ਅਤੇ ਤੁਸੀਂ ਮਾਓਵਾਦੀ ਹੋ, ਅਤੇ ਠਾ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੰਦੀ ਹੈ। ਕਿਹੜਾ ਕਾਨੂੰਨ ਹੈ ਜਿਹੜਾ ਕਹਿੰਦਾ ਹੈ ਕਿ ਤੁਸੀਂ ਫੜ ਕੇ ਕਿਸੇ ਮੁਲਜ਼ਮ ਨੂੰ ਤੁਸੀਂ ਮਾਰ ਸਕਦੇ ਹੋ? ਇਹ ਸਾਰੀ ਚੀਜ਼ ਕਾਨੂੰਨ ਦੇ ਰਾਹੀਂ ਹੋ ਸਕਦੀ ਹੈ। ਮਾਨ ਸਾਹਿਬ, SYL ਗੀਤ ਤੇ ਰੋਕ ਲਗਾ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਸੀ, ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਉਹ ਗੀਤ। ਹੁਣ YouTube ਤੇ ਇੰਡੀਆ ਦੇ ਵਿੱਚ ਉਹ ਗੀਤ ਨਹੀਂ ਦੇਖ ਸਕਦੇ। ਸਿੱਖ ਕੌਮ ਨੂੰ, ਮੁਸਲਿਮ ਕੌਮ ਨੂੰ ਇੰਡੀਆ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਕਰ ਦਿੱਤਾ ਹੈਗਾ। ਇਹਨਾਂ ਨੇ ਇੰਨਾ ਸਾਡਾ ਨੱਕ 'ਚ ਦਮ ਲੈ ਜਾਂਦਾ ਹੈ ਕਿ ਕਿੰਨੇ ਕਾਨੂੰਨ ਪਾਸ ਕਰਤੇ ਹੈ ਕਿ ਜੇ ਉਹ ਮੁਸਲਮਾਨ ਹਿੰਦੁਸਤਾਨੀ ਨਹੀਂ ਹੈ ਫਿਰ ਅਸਾਮ ਦੇ ਕੈਂਪ ਦੇ ਵਿੱਚ ਡੱਕੇ ਹੋਏ ਆ। ਉਹਨਾਂ ਦੀ ਨਾ ਪੇਸ਼ੀ ਪੈਂਦੀ ਹੈ, ਨਾ ਉਹਨਾਂ ਨੂੰ ਕਿਤੇ ਜਾਣ ਦਿੰਦੇ ਆ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਹਿੰਦੂਤਵਾ ਦਾ ਰਾਜ ਇੱਥੇ ਪੈਦਾ ਕਰਤਾ BJP ਤੇ RSS ਨੇ, ਅਤੇ ਜਿਸ ਦੀ ਗੱਲ ਅੱਜ ਤੱਕ ਪਾਰਲੀਮੈਂਟ 'ਚ ਨਹੀਂ ਹੋਈ, ਉਹ ਆਪਾਂ ਉੱਥੋਂ ਤਾਕਤ ਲੈ ਕੇ ਕਰ ਦਾਂਗੇ ਉੱਥੇ ਜਾ ਕੇ। ਹੋਰ ਕੀ ਆ? ਯਾਨੀ ਕਿ SYL ਦਾ ਜਿਹੜਾ ਗੀਤ ਬੈਨ ਕੀਤਾ ਉਹਦੇ ਖਿਲਾਫ ਆਵਾਜ਼ ਉਠਾਓ। ਦੇਖੋ, ਸੰਵਿਧਾਨ ਕਹਿੰਦਾ ਹੈ ਕਿ ਤੁਹਾਨੂੰ ਆਜ਼ਾਦੀ ਹੈ ਬੋਲਣ ਦੀ, ਅਤੇ ਜਿਹੜੀ ਚੀਜ਼ ਤੁਸੀਂ ਸੋਚਦੇ ਹੋ। SYL ਕਰਨੈਲ ਦੇ ਗੀਤ ਦੇ ਵਿੱਚ ਮੂਸੇਵਾਲ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਜਿਹਦੇ ਨਾਲ ਦੰਗੇ ਫਸਾਦ ਨਿਕਲ ਜਾਣ। ਸੋ ਇਹ ਸਾਰੀ ਸੈਂਟਰ ਦੀ ਨਜਾਇਜ਼ ਹਰਕਤ ਹੈ ਕਿ ਭਾਈ ਮੂਸੇਵਾਲ ਦਾ ਜਿਹੜਾ ਗੀਤ ਹੈ ਉਸ ਨੂੰ ਕੈਂਸਲ ਕਰਤਾ। ਅਤੇ ਦਿੱਲੀ ਨੂੰ ਪਤਾ ਸੀ ਕਿ ਭਾਈ ਮੁਸਲਮਾਨ ਨੂੰ, ਮੂਸੇਵਾਲ ਨੂੰ ਕਤਲ ਕਰ ਦੇਣਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਉਹਨਾਂ ਦੀ IB ਨੇ ਦੱਸਿਆ ਸੀ, ਫਿਰ ਉਹਨਾਂ ਦੀ ਦਿੱਲੀ ਪੁਲਿਸ ਨੇ ਵੀ ਦੱਸਿਆ ਸੀ। ਫਿਰ ਤੁਸੀਂ ਮੈਨੂੰ ਦੱਸੋ, ਉਸ ਦੇ ਬਾਅਦ ਪੰਜਾਬ ਸਰਕਾਰ ਨੇ ਮੂਸੇਵਾਲ ਸਾਹਿਬ ਦੀ ਜਿਹੜੀ ਸੁਰੱਖਿਆ ਸੀ ਉਹ ਵਾਪਸ ਕਿਉਂ ਲੈ ਲਈ? ਅਤੇ ਜੇ ਦਿੱਲੀ ਨੂੰ ਪਤਾ ਸੀ ਮੂਸੇਵਾਲ ਨੂੰ ਮਾਰ ਦੇਣਾ, ਫਿਰ ਅਮਿਤ ਸ਼ਾਹ ਜੀ ਅਤੇ ਸੈਕਟਰੀ ਹੋਮ ਦੇ ਭੱਲਾ ਸਾਹਿਬ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਨੇ ਇਹ ਅਫਸਰ ਬਾਂਟੇ ਖੇਡਣ ਨੂੰ ਰੱਖੇ ਹੋਏ ਆ, ਕੰਮ ਕਰਨ ਨੂੰ ਰੱਖੇ ਹੋਏ ਆ। ਮਾਨ ਸਾਹਿਬ, ਜਿਹੜਾ ਬੰਦੀ ਸਿੰਘਾਂ ਦਾ ਵੀ ਮੁੱਦਾ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਾਡਾ ਜਿਹੜਾ ਮੋਰਚਾ ਹੈ ਅੱਜ 350 ਦਿਨ ਹੋ ਗਏ ਬਰਗਾੜੀ ਦੇ ਵਿੱਚ ਚੱਲ ਰਿਹਾ। ਉੱਥੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਹੋਈ ਹੈ, ਜਿਹੜੀ ਬਾਦਲ, ਸੁਖਬੀਰ ਅਤੇ ਸੈਣੀ DJP ਨੇ ਕੀਤੀ ਹੈ। ਹੁਣ ਜੇ ਇੰਨੇ ਦਿਨਾਂ 'ਚ ਆਪਾਂ ਉੱਥੇ ਧਰਨੇ 'ਚ ਬੈਠੇ ਹੈ
ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ। ਤੇ ਅੱਜ ਅਮਰੀਕਾ ਨੇ ਵੀ ਕਹਿਤਾ ਹੈ ਕਿ ਤੁਹਾਨੂੰ ਲਾਲ ਤਖਤੀ ਦੇ ਉੱਤੇ ਪਾ ਦੇਣਾ ਹੈ, ਕਿਉਂ ਕਰਕੇ ਇੰਡੀਆ ਤੁਹਾਡੇ ਮੁਲਕ ਦੇ ਵਿੱਚ ਧਾਰਮਿਕ ਆਜ਼ਾਦੀ ਖਤਮ ਹੋ ਗਈ ਹੈ। ਇਹਨਾਂ ਚੋਣਾਂ ਦੇ ਭਵਿੱਖ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੀ ਭਵਿੱਖ ਤੇ ਕੀ ਫਰਕ ਪਵੇਗਾ ਜੀ? ਬਾਦਲ ਦਲ 5ਵੇਂ ਨੰਬਰ ਤੇ ਰਹਿ ਗਿਆ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਕਹਿੰਦੇ ਸੀ ਮਾਨ ਸਾਨੂੰ ਸਮਰਥਨ ਦੇ ਦਿਓ। ਫਿਰ ਜੇ ਉਸ ਨੂੰ ਵੋਟਰਾਂ ਨੇ ਪੰਜਵੇਂ ਸਥਾਨ ਤੇ ਰੱਖ ਲਿਆ, ਫਿਰ ਹੋਰ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ? ਇਹ ਅੱਗੇ ਲੱਗਦਾ ਕੁਝ ਕਿ 5ਵੇਂ ਤੋਂ ਅੱਗੇ ਵਧਣਗੇ ਜਾਂ ਲੱਗਦਾ ਹੁਣ ਪਿੱਛੇ ਨੂੰ ਆ ਕੰਮ? ਨਹੀਂ, ਇਹਨਾਂ ਨੇ ਸਰਮਾਇਆ ਬਹੁਤ ਇਕੱਠੀ ਕੀਤੀ ਹੈ, ਲੋਕਾਂ ਦੇ ਕੰਮ ਨਹੀਂ ਕੀਤੇ ਤੇ ਇਹਨਾਂ ਨੇ ਪੰਥ ਨੂੰ ਦਿੱਲੀ ਦੇ ਹੁਕਮਰਾਨਾਂ ਅੱਗੇ ਵੇਚ ਦਿੱਤਾ। ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਭਗਵੰਤ ਮਾਨ ਦੀ ਥਾਂ ਤੇ ਹੁਣ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੇ ਐਮਪੀ ਬਣ ਚੁੱਕੇ ਨੇ, ਜਿਸ ਦੇ ਚੱਲਦੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਅਤੇ ਉਹਨਾਂ ਦੇ ਵਰਕਰਾਂ ਵੱਲੋਂ ਲਗਾਤਾਰ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਹੈ। ਸੰਗਰੂਰ ਤੋਂ ਇਕਬਾਲ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।